ਹਾਲੀਆ ਦਿਨਾਂ ਦੇ ਵਿੱਚ ਟਰੰਪ ਨੇ ਬਰਤਾਨੀਆ ਦਾ ਦੌਰਾ ਕੀਤਾ ਅਤੇ ਇੱਕ ਦਾਵਤ ਦੇ ਉੱਤੇ ਉਹਨੇ ਸ਼ਾਹ ਚਾਰਲਸ ਨੂੰ ਲਿਫਟ ਕੋਈ ਨਾ ਕਰਾਈ ਅਤੇ ਜਿਹੜੇ ਰੰਗ ਬਿਰੰਗੇ ਕੱਪੜਿਆਂ ਦੇ ਵਿੱਚ ਗਾਰਡ ਉੱਥੇ ਖੜ੍ਹੇ ਹੈਗੇ ਸਨ ਜੀ, ਉਹਨਾਂ ਦੇ ਨਾਲ ਗੱਪਾਂ ਲਾਉਂਦਾ ਰਿਹਾ। ਟਰੰਪ ਨੇ ਇੱਕ ਗਾਰਡ ਨੂੰ ਸਵਾਲ ਕੀਤਾ ਕਿ ਕਿਆ ਖਾਨ ਦੇ ਸ਼ੇਰੂ ਟਾਈਗਰ ਜਿਹੜੇ ਨੇ ਟਾਈਗਰ ਫੋਰਸ ਉਹ ਆਜ਼ਾਦੀ ਦੀ ਜੰਗ ਲੜ ਸਕਦੇ ਨੇ। ਗਾਰਡ ਜਵਾਬ ਦਿੱਤਾ, ਬਾਦਸ਼ਾਹ ਉਹ ਆਜ਼ਾਦੀ ਦੀ ਜੰਗ ਨਹੀਂ ਲੜ ਸਕਦੇ। ਟਰੰਪ ਫਿਰ ਸਵਾਲ ਕੀਤਾ ਕਿ ਕਿਆ ਸਾਊਦੀ ਪਾਕਿਸਤਾਨ ਦੇ ਨਾਲ ਮਿਲ ਕੇ ਮਸ਼ਰਕੇ ਵਸਤਾ ਦੇ ਵਿੱਚ ਅਮਰੀਕੀ ਮਕਾਸਦ ਨੂੰ ਨੁਕਸਾਨ ਪਹੁੰਚਾ ਸਕਦਾ। ਗਾਰਡ ਫਿਰ ਜਵਾਬ ਦਿੱਤਾ, ਬਾਦਸ਼ਾਹ ਤੁਹਾਡਾ ਜਿਹੜਾ ਭਗਵਾਨ ਮਾਰਫ ਸ਼ੈਤਾਨ ਉਹ ਆਪਣੀ ਮਜਲਿਸ ਸ਼ੂਰਾ ਦੇ ਵਿੱਚ ਸਦੀਆਂ ਪਹਿਲੋਂ ਦੱਸ ਗਿਆ, ਮਜ਼ਦਕੀਤ ਫਿਤਨਾ ਫਰਦਾ ਨਹੀਂ ਇਸਲਾਮ ਹੈ। ਲਿਹਾਜ਼ਾ ਇਹ ਦੀਨ ਫਰੋਸ਼, ਇਹ ਭੈਣ ਫਰੋਸ਼ ਇਤਿਹਾਦ ਜਿਹੜਾ ਹੈਗਾ ਇਹ ਤੁਹਾਡੇ ਮਕਾਸਦ ਦਾ ਕੁਛ ਨਹੀਂ ਵਿਗਾੜ ਸਕਦਾ। ਟਰੰਪ ਫਿਰ ਸਵਾਲ ਕੀਤਾ ਕਿ ਫਿਰ ਦੱਸ ਉਹ ਇਸਲਾਮ ਵਾਲੇ ਕਿਹੜੇ ਨੇ ਜਿਹਨਾਂ ਨੂੰ ਅਸੀਂ ਇਸਲਾਮ ਵਾਲੇ ਆਖਾਂਗੇ। ਗਾਰਡ ਫਿਰ ਜਵਾਬ ਦਿੱਤਾ, ਬਾਦਸ਼ਾਹ ਉਹ ਵੀ ਸ਼ੈਤਾਨ ਪਹਿਲਾਂ ਹੀ ਆਪਣੀ ਮਜਲਿਸ ਸ਼ੂਰਾ ਦੇ ਵਿੱਚ ਦੱਸ ਗਿਆ ਹੈਗਾ ਵਾ, ਹੈ ਅਗਰ ਮੁਝਕੋ खतर कोई तो उस उम्मत से है जिसकी खाकस्तर में है अब तक शरारे आरज़ू। और उस उम्मत की निशानी भी दस गया, खाल खाल उस कौम में अब तक नज़र आते हैं वो करते हैं अश्के सहरगाही से जो ज़ालिम वज़ू। फिर ट्रंप सवाल किया कि दस फिर असी ये ਜਿਹੜੇ लोग आ ये अजकल कित्थे आ? ਅਸੀਂ ਤਾਂ ਸਾਰੀ ਦੁਨੀਆ ਨੂੰ ਹਮ ਜਿਨਸ ਪ੍ਰਸਤੀ ਅਤੇ ਲਹੂ ਲੁਹਾਬ ਦੇ ਵਿੱਚ ਮੁਬਤਲਾ ਕਰ ਰੱਖਿਆ ਹੈਗਾ। ਗਾਰਡ ਫਿਰ ਜਵਾਬ ਦਿੰਦਾ ਕਿ ਬਾਦਸ਼ਾਹ वो वही हैं तोड़ डालें जिसकी तकबीरें तिलिस्मे शश जहाद। ਤੁਸੀਂ ਇਸਰਾਈਲ ਨਾਲ ਮਿਲ ਕੇ ਪੂਰੀ ਕੋਸ਼ਿਸ਼ ਨਹੀਂ ਕਰ ਚੁੱਕੇ? हो न रोशन उस खुदा अंदेश की तारीख रात। ट्रंप ने फिर सवाल किया कि ਕੀ ਅਸੀਂ ਇਹ ਜਿਹੜੀ ਜ਼ੁਲਮੋ ਸਿਤਮ ਜਾਂ ਅਸੀਂ ਜਿਹੜੀ ਨਸਲਕੁਸ਼ੀ ਕਰ ਰਹੇ ਹੈਗੇ ਹਾਂ ਇਹਨੂੰ ਅਬਦੀ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ? ਗਾਰਡ ਫਿਰ ਜਵਾਬ ਦਿੰਦਾ ਕਿ ਤੁਸੀਂ ਇਸ ਮੈਦਾਨ ਦੇ ਵਿੱਚ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਆਖਰ ਕਾਮਯਾਬ ਹੋ ਹੀ ਹੋਣਗੇ ਜਿਹੜੇ ਤੁਹਾਡੇ ਮੁਕਾਬਲ ਨੇ। ਕਿਉਂਕਿ ਇਹ ਐਸੀ ਰਾਹ ਵਾ ਜਿਹਨੂੰ ਉਹ ਸ਼ਰੇ ਪੈਗੰਬਰ ਸਮਝਦੇ ਨੇ, ਜਿਹਦੇ ਬਾਰੇ ਤੁਹਾਡਾ ਭਗਵਾਨ ਸ਼ੈਤਾਨ ਆਪਣੀ ਮਜਲਿਸ ਸ਼ੂਰਾ ਨੂੰ ਫਿਰ ਦੱਸ ਗਿਆ ਹੈਗਾ ਵਾ, असर हाज़र के तकाज़ाओं से है लेकिन ये खौफ हो न जाए आशकारा शरए पैगंबर कहीं। अलहज़र आईने पैगंबर से 100 बार अलहज़र हाफ़िज़ नामूस जन मर्द आज़मा मर्द आफरी। तो लिहाजा तुसी जिन्ना मर्जी लड़ दो, जिन्नी मर्जी नस्लकशी कर लो, जिन्ना मर्जी जुल्म कर दो, ਉਹਨਾਂ ਦੀ ਇਸਤਕਾਮਤ ਦੱਸਦੀ ਆ ਕਿ ਉਹਨਾਂ ਦੇ ਉੱਤੇ ਜਿਹੜੀ ਆ ਸ਼ਰੇ ਪੈਗੰਬਰ ਆਸ਼ਕਾਰਾ ਹੋ ਚੁੱਕੀ ਆ। ਫਿਰ ਟਰੰਪ ਸਵਾਲ ਕਰਦਾ ਕਿ ਮੈਨੂੰ ਮਸ਼ਵਰਾ ਦੇ, ਮੈਂ ਇਹਨਾਂ ਦਾ ਹੱਲ ਕੀ ਕਰਾਂ? ਗਾਰਡ ਆਖਿਆ ਫਿਰ ਕਿ ਬਾਦਸ਼ਾਹ ਤੁਹਾਡਾ ਜਿਹੜਾ ਆਕਾ ਇਬਲੀਸ ਆ ਉਹਦਾ ਹੱਲ ਦੱਸ ਗਿਆ। ਕੀ ਹੱਲ ਦੱਸ ਗਿਆ? ਮਸਤ ਰੱਖੋ ਜ਼ਿਕਰੋ ਫਿਕਰੇ ਸੁਬਹਗਾਹੀ में इसे पुख्ता तर कर वो मिजाज खानकाही में इसे। ਟਰੰਪ ਫਿਰ ਸਵਾਲ ਕੀਤਾ ਕਿ ਲੇਕਿਨ ਜਿਹੜੇ ਹੈਗੇ ਨੇ ਮਜ਼ਲੂਮ ਇਹ ਤਾਂ ਹਥਿਆਰ ਚੁੱਕਣ ਤੋਂ ਬਾਜ਼ ਹੀ ਨਹੀਂ ਆ ਰਹੇ, ਇਹ ਹਥਿਆਰ ਸੁੱਟਦੇ ਹੀ ਨਹੀਂ, ਨਾ ਅਸੀਂ ਉਹਨਾਂ ਦੀ ਆਵਾਜ਼ ਨਿਕਲਣ ਦਿੰਦੇ ਹਾਂ। ਅਗਰ ਅਸੀਂ ਉਹਨਾਂ ਦੇ ਹਥਿਆਰਾਂ 'ਤੇ ਕਾਬੂ ਪਾ ਲੈਂਦੇ ਹੋ, ਆਪਣੀ ਆਵਾਜ਼ ਨੂੰ ਆਪਣਾ ਹਥਿਆਰ ਬਣਾ ਲੈਂਦੇ ਆ, ਅਤੇ ਦੱਸੋ ਅਸੀਂ ਕਿੱਦਾਂ ਇਹਨਾਂ ਦੇ ਉੱਤੇ ਕਾਬੂ ਪਾਈਏ? ਅਤੇ ਗਾਰਡ ਫਿਰ ਜਵਾਬ ਦਿੰਦਾ ਕਿ ਬਾਦਸ਼ਾਹ ਤੁਸੀਂ ਆਮਦਨੀ ਮਰਕਜ਼ ਦੀ ਇੱਕ ਫਰੈਂਚਾਈਜ਼ ਕਰਾਚੀ ਤੋਂ ਹਾਸਲ ਕਰੋ, ਉੱਥੇ ਜਾ ਕੇ ਗੈਰ ਸਿਆਸੀ ਜਿਹੜੀ ਆ ਉਹ ਤਬਲੀਗ ਕਰੋ ਅਤੇ ਤਨ ਤਨਾਤਨ ਸੁੰਨੀ ਬਣਾਉਂਦੇ ਜਾਓ। ਉਹਦੇ ਵਾਸਤੇ ਇਹ ਲਾਜ਼ਮੀ ਨਹੀਂ ਕਿ ਤੁਸੀਂ ਮੁਸਲਮਾਨ ਹੋ, ਬਸ ਤੁਸੀਂ ਫਰੈਂਚਾਈਜ਼ ਲੈਣੀ ਹੈਗੀ ਆ। ਫਿਰ ਤੁਸੀਂ ਜੰਗ ਬੰਦ ਕਰੋ ਚਾਹੇ ਨਾ ਕਰੋ, ਬਸ ਉਹਨਾਂ ਨੂੰ ਫਲਾਈ ਕੰਮਾਂ ਦਾ ਠੇਕਾ ਦੇ ਦਿਓ, ਉਹ ਆਪ ਹੀ ਜਿਹੜੇ ਤੁਹਾਡੇ ਸਾਰੇ ਮਸਲੇ ਮਸਾਇਲ ਹੱਲ ਕਰਦੇ ਰਹਿਣਗੇ।
ਚੰਦਾ ਇਕੱਠੀ ਕਰਦੇ ਜਾਣਗੇ, ਟਨ ਟਨਾਟਨ ਸੁੰਨੀ ਬਣਦੇ ਜਾਣਗੇ। ਨੱਚਣ ਵਾਲਿਆਂ ਦੇ ਇਮਾਮ, ਨੱਚਣ ਯਾਹੂ ਖਾਨ, ਸਾਰੇ ਜਿਹੜੇ ਮਿਲ ਜੁਲ ਕੇ ਅਤੇ ਆਪਣੇ ਆਪਣੇ ਮੁਜੱਦਰ ਜਿਹੜੇ ਘਟਦੇ ਜਾਣਗੇ। ਅਤੇ ਇਸ ਤੋਂ ਬਾਅਦ ਫਿਰ ਟਰੰਪ ਨੇ ਬਾਦਸ਼ਾਹ ਚਾਰਲਸ ਦੇ ਨਾਲ ਮੀਟਿੰਗ ਮਨਸੂਖ ਕਰਤੀ ਅਤੇ ਵਾਪਸ ਅਮਰੀਕਾ ਹੋ ਗਿਆ। ਅਮਰੀਕਾ ਰਵਾਨਾ ਹੋ ਕੇ ਅਮਰੀਕਾ ਪਹੁੰਚ ਕੇ ਉਹਨੇ ਆਪਣੇ ਸਫੀਰ ਨੂੰ ਆਖਿਆ ਕਿ ਜਾਓ ਜੀ, ਦਾਵਤ ਆਮਦਨੀ ਜਿਹੜੀ ਆ ਇਹਨਾਂ ਦੇ ਜਿਹੜੇ ਫਰੈਂਚਾਈਜ਼ ਦੇ ਜਿਹੜੇ ਹੈੱਡ ਹੈਗੇ ਆ ਉਹਨਾਂ ਨਾਲ ਇੱਕ ਅਪਾਇੰਟਮੈਂਟ ਬੁੱਕ ਕਰੋ।